सत श्री अकाल जी सारिਆਂ ਨੂੰ। पिछले भाग ਵਿੱਚ ਤੁਸੀਂ पढ़िया मेरा पति कहता ਤੁਸੀਂ ਸਿੱਧਾ क्यों नहीं कहते भी ਤੁਸੀਂ ਹੁਣ ਬੱਚਾ पैदा नहीं करना चाहते। उसने मेहणे ਜਿਹੇ मारते हुए कहा मैं कदों मना किया, मैं वैसे कहा है कि इन्हां गल्लां दी भी एक उम्र हुंदी आ। बेशक अजे उम्र इन्नी है नहीं, पर रब दी मर्जी नाल जो होऊगा ਉਹ ਹੋਊਗਾ। ਆਪਾਂ ਕੀ ਕਰ ਸਕਦੇ ਹਾਂ? मैं कहा ਆਪਾਂ ਟੈਸਟ ਕਰਵਾ ਸਕਦੇ ਹਾਂ। ਉਸਨੇ ਜਵਾਬ ਦਿੱਤਾ ਕੀ ਮਤਲਬ? मैं ਪੁੱਛਿਆ मतलब कि ਤੁਸੀਂ ਸ਼ਹਿਰ ਆ ਜਾਓ, ਆਪਾਂ ਕਿਸੇ ਡਾਕਟਰ ਕੋਲ ਚੱਲਾਂਗੇ। ਉਸ ਨੂੰ ਕਹੀਦਾ ਤੇਰੇ ਟੈਸਟ ਕਰਕੇ ਦੱਸ ਦੇਵੇ ਕਿ ਤੂੰ ਮਾਂ ਬਣ ਸਕਦੀ ਹੈ ਕਿ ਨਹੀਂ। ਜੇ ਬਣ ਸਕਦੀ ਹੋਈ ਤਾਂ ਠੀਕ ਆ, ਨਹੀਂ ਤਾਂ ਫਿਰ ਆਪਾਂ ਵਿਆਹ ਨਹੀਂ ਕਰਵਾਵਾਂਗੇ। ਉਸਨੇ ਕਿਹਾ ਮੈਨੂੰ ਇਹ ਟੈਸਟ ਕਰਵਾਉਣ 'ਚ ਕੋਈ ਇਤਰਾਜ਼ ਨਹੀਂ। ਇਹ ਟੈਸਟ ਕਰਵਾਉਣ ਲਈ ਮੈਨੂੰ ਆਪਣੇ ਪਰਿਵਾਰ ਨੂੰ ਪੁੱਛਣਾ ਪੈਣਾ ਹੈ ਪਹਿਲਾਂ। ਮੈਂ ਦੱਸਿਆ ਲੈ ਹੁਣ ਆਪਾਂ ਹਸਬੈਂਡ ਵਾਈਫ ਹਾਂ, ਉਹਨਾਂ ਨੂੰ ਕੀ ਪੁੱਛਣਾ ਏ। ਉਸਨੇ ਕਿਹਾ ਹੁਣ 1 ਮਿੰਟ ਪਹਿਲਾਂ ਹੀ ਤਾਂ ਤੁਸੀਂ ਕਹਿੰਦੇ ਸੀ ਕਿ ਜੇ ਮੈਂ ਮਾਂ ਨਾ ਬਣ ਸਕਦੀ ਹੋਈ ਤਾਂ ਆਪਾਂ ਵਿਆਹ ਨਹੀਂ ਕਰਵਾਵਾਂਗੇ। ਹੁਣੇ ਤੁਸੀਂ ਮੇਰੇ ਹਸਬੈਂਡ ਹੋ ਗਏ। ਦੂਜੀ ਗੱਲ, ਮੈਂ ਆਪਣੇ ਪਰਿਵਾਰ ਤੋਂ ਪੁੱਛੇ ਬਿਨਾਂ ਇੱਕ ਕਦਮ ਨਹੀਂ ਚੱਲਿਆ ਕਦੇ। ਤੁਸੀਂ ਕਹਿੰਦੇ ਹੋ ਇੰਨਾ ਜ਼ਰੂਰੀ ਟੈਸਟ ਮੈਂ ਉਹਨਾਂ ਨੂੰ ਦੱਸੇ ਬਿਨਾਂ ਕਰਵਾ ਲਾਂ। ਮੈਂ ਇੱਕੋ ਸਾਹ ਵਿੱਚ ਕਹਿ ਗਈ ਚੱਲ ਯਾਰ ਨਾ ਕਰਾ ਟੈਸਟ ਬਸ। ਤੂੰ ਇੱਦਾਂ ਕਰੀ ਆਪਣੇ ਭਰਾ ਕੋਲ ਆਪਣੀ ਜਨਮ ਪੱਤਰੀ ਭੇਜੀ। ਵਿਚੋਲਣ ਨੇ ਦੀਦੀ ਨੂੰ ਕੁਝ ਦੱਸਿਆ ਏ ਤੇਰੇ ਬਾਰੇ, ਮੈਂ ਆਪਣੇ ਪੰਡਤ ਨੂੰ ਦਿਖਾ ਕੇ ਸ਼ੱਕ ਕੱਢਣਾ ਏ। ਉਸਨੇ ਕਿਹਾ। ਮੈਂ ਕਿਹਾ ਠੀਕ ਆ। ਅਗਲੇ ਦਿਨ ਮੈਂ ਆਪਣੇ ਭਰਾ ਦੇ ਹੱਥ ਆਪਣੀ ਜਨਮ ਪੱਤਰੀ ਭੇਜ ਦਿੱਤੀ, ਜੋ ਉਸਨੇ ਜਾ ਕੇ ਆਪਣੀ ਭੂਆ ਕੋਲ ਰੋਪੜ ਫੜਾ ਆਂਦੀ ਅਤੇ ਮੈਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਕੋਈ ਨਾ ਆ ਜਾਣੀ ਆ ਜਨਮ ਪੱਤਰੀ। ਭੂਆ ਕਹਿੰਦੀ ਕਿ ਪਹਿਲਾਂ ਸਾਰਾ ਕੁਝ ਪੁੱਛ ਲਈਏ, ਫਿਰ ਕੋਈ ਦਿਨ ਰੱਖਾਂਗੇ ਵਿਆਹ ਦਾ। ਫਿਰ ਇੱਕ ਦਿਨ ਮੈਨੂੰ ਉਸਦੀ ਭੈਣ ਨੇ ਫੋਨ ਕੀਤਾ ਤੇ ਕਿਹਾ ਰਾਜੇ ਅਸੀਂ ਪਤਾ ਕਿਉਂ ਡਰਦੇ ਹਾਂ, ਤੇਰੀ ਜਨਮ ਪੱਤਰੀ 'ਚ ਲਿਖਿਆ ਹੋਇਆ ਏ ਕਿ ਤੂੰ ਮੰਗਲੀਕ ਆ, ਪਰ ਤੁਸੀਂ ਸਾਨੂੰ ਪਹਿਲਾਂ ਦੱਸਿਆ ਹੀ ਨਹੀਂ। ਇੱਦਾਂ ਨਹੀਂ ਕਰੀਦਾ ਹੁੰਦਾ, ਕਿਸੇ ਨਾਲ ਧੋਖਾ ਕਰਕੇ ਕੋਈ ਸੁੱਖ ਨਹੀਂ ਪਾਉਂਦਾ ਹੁੰਦਾ। ਹੋਰ ਵੀ ਪਤਾ ਨਹੀਂ ਉਹ ਮੈਨੂੰ ਕਿੰਨਾ ਕੁਝ ਬੋਲਦੀ ਰਹੀ, ਪਰ ਮੈਂ ਮੋੜ ਕੇ ਉਸ ਨੂੰ ਕੁਝ ਨਾ ਕਿਹਾ। ਜਦੋਂ ਉਹ ਥੋੜ੍ਹੀ ਠੰਡੀ ਹੋਈ ਤਾਂ ਮੈਂ ਕਿਹਾ ਦੀਦੀ ਮੈਂ ਇਹ ਸਭ ਕੁਝ ਪਹਿਲਾਂ ਹੀ ਵਿਚੋਲਿਆਂ ਨੂੰ ਦੱਸ ਦਿੱਤਾ ਸੀ। ਅੱਗੇ ਤੁਹਾਨੂੰ ਦੱਸਿਆ ਜਾਂ ਨਹੀਂ ਇਹ ਮੈਨੂੰ ਨਹੀਂ ਪਤਾ, ਪਰ ਜੇ ਨਹੀਂ ਦੱਸਿਆ ਤਾਂ ਇਹ ਉਹਨਾਂ ਦੀ ਗਲਤੀ ਆ, ਮੇਰੀ ਕੀ ਗਲਤੀ ਆ ਇਹਦੇ ਵਿੱਚ। ਮੇਰੇ ਮੂੰਹ 'ਚੋਂ ਇਹ ਗੱਲ ਸੁਣ ਕੇ ਉਹ ਮੈਨੂੰ ਇਹ ਕਹਿ ਕੇ ਫੋਨ ਕੱਟ ਗਈ ਚੱਲ ਮੈਂ ਤੈਨੂੰ ਫੇਰ ਕਰਦੀ ਹਾਂ ਗੱਲ, ਪਹਿਲਾਂ ਵਿਚੋਲਣ ਨਾਲ ਹੀ ਗੱਲ ਕਰ ਲਵਾਂ, ਮੈਂ ਫੇਰ ਕਰਦੀ ਹਾਂ ਤੇਰੇ ਨਾਲ। ਮੁੜ ਕੇ ਮੈਨੂੰ ਕੋਈ ਫੋਨ ਨਾ ਆਇਆ। ਕਈ ਵਾਰੀ ਜਸਕਰਨ ਨੇ ਜਦੋਂ ਮੈਨੂੰ ਫੋਨ ਕਰਨਾ ਤਾਂ ਮੇਰੇ ਪਰਿਵਾਰ ਨਾਲ ਗੱਲ ਕਰਨ ਲਈ ਕਦੇ ਨਾ ਕਹਿਣਾ। ਜੇ ਮੈਂ ਕਹਿਣਾ ਕਿ ਗੱਲ ਕਰ ਲਓ ਸਾਰਿਆਂ ਨਾਲ ਤਾਂ ਉਸਨੇ ਇਹ ਕਹਿ ਕੇ ਟਾਲ ਦੇਣਾ ਮੈਂ ਕਿਹੜਾ ਅਜੇ ਇਹਨਾਂ ਨੂੰ ਜਾਣਦਾ ਏ, ਜਦੋਂ ਵਿਆਹ ਹੋਊਗਾ ਫਿਰ ਕਰ ਲਿਆ ਕਰੂੰ, ਜਦੋਂ ਤੱਕ ਇਹ ਮੈਨੂੰ ਜਾਣਨ ਲੱਗ ਜਾਣਗੇ। ਪਰ ਆਪ ਉਹਨੇ ਕਦੇ ਕਿਸੇ ਨਾਲ ਮੇਰੀ ਗੱਲ ਕਰਵਾ ਦੇਣੀ। ਜੇ ਮਨਾ ਕਰਦੀ ਤਾਂ ਬਹੁਤ ਬੁਰਾ ਭਲਾ ਬੋਲਦੇ। ਫਿਰ ਇੱਕ ਦਿਨ ਉਸਨੇ ਮੈਨੂੰ ਕਿਹਾ ਤੂੰ ਮੰਗਲੀਕ ਆ ਰਮਨ। ਉਸ ਨੂੰ ਇਹ ਸੀ ਕਿ ਸ਼ਾਇਦ ਮੈਂ ਨਾ ਕਹੂੰਗੀ, ਪਰ ਮੈਂ ਝੂਠ ਨਾ ਬੋਲਿਆ ਤੇ ਉਸ ਨੂੰ ਦੱਸਿਆ ਮੈਂ ਮੰਗਲੀਕ ਹਾਂ। ਬੇਸ਼ੱਕ ਪਰ ਪੰਡਤਾਂ ਦੀ ਭਾਸ਼ਾ ਵਿੱਚ ਮੰਗਲੀਕ ਸ਼ਬਦ ਪਹਿਲੇ ਵਿਆਹ 'ਤੇ ਹੀ ਅਸਰ ਕਰਦਾ ਏ, ਪਰ ਫਿਰ ਵੀ ਮੇਰੇ ਮੰਮੀ ਪਾਪਾ ਨੇ ਮੇਰੇ ਅੱਗੇ ਦੇ ਜੀਵਨ ਨੂੰ ਵਧੀਆ ਦੀ ਚਾਹਤ ਵਿੱਚ ਮੇਰੇ ਲਈ ਬਹੁਤ ਕੁਝ ਕੀਤਾ ਏ। ਹਰ ਤਰ੍ਹਾਂ ਦੀ ਪੂਜਾ ਪਾਠ ਦਾਨ ਪੁੰਨ ਕੀਤਾ ਏ। ਬਾਕੀ ਮੈਂ ਇਹੀ ਕਹੂੰਗੀ ਕਿ ਜੇ ਤੁਸੀਂ ਮੈਨੂੰ ਵਿਆਹ ਤੋਂ ਮਨਾ ਕਰਨਾ ਏ ਤਾਂ ਬੇਸ਼ੱਕ ਅੱਜ ਕਰ ਦਿਓ। ਅਜੇ ਤਾਂ 10 ਕੁ ਦਿਨ ਹੀ ਹੋਏ ਨੇ, ਭੁੱਲਣਾ ਸੌਖਾ ਏ, ਪਰ ਜੇ ਬਾਅਦ 'ਚ ਛੱਡੋਗੇ ਤਾਂ ਮੇਰੇ ਤੋਂ ਭੁੱਲ ਨਹੀਂ ਹੋਣਾ। ਬਹੁਤ ਤਕਲੀਫ ਸਹਿ ਲਈਆਂ ਇੰਨੀਆਂ ਕਿ ਮੈਂ ਹੁਣ ਹੋਰ ਨਹੀਂ ਸਹਿ ਸਕਦੀ। ਹੁਣ ਜੇ ਮੈਂ ਟੁੱਟ ਗਈ ਤਾਂ ਮੁੜ ਕੇ ਨਹੀਂ ਜੁੜ ਹੋਣਾ। ਪਲੀਜ਼ ਹੁਣ ਛੱਡ ਦਿਓ ਜੇ ਛੱਡਣਾ ਚਾਹੁੰਦੇ ਹੋ ਤਾਂ। ਕਹਿੰਦੇ ਮੈਂ ਰੋਣ ਲੱਗ ਪਈ। ਦੇਖ ਰਮਨ, ਜੇ ਸਾਡਾ ਵਿਆਹ ਹੋਣਾ ਲਿਖਿਆ ਹੋਇਆ ਤਾਂ ਹੋ ਜਾਊਗਾ, ਨਾ ਲਿਖਿਆ ਹੋਇਆ ਤਾਂ ਨਾ ਸਹੀ, ਬਾਕੀ ਰੱਬ ਰਾਖਾ। ਮੈਂ ਆਪਣੇ ਘਰਦਿਆਂ ਤੋਂ ਬਾਹਰ ਨਹੀਂ ਹੋ ਸਕਦਾ, ਨਾਲੇ ਮੇਰੀ ਭੂਆ ਨੂੰ ਤੂੰ ਪਸੰਦ ਨਹੀਂ। ਉਹ ਮੈਨੂੰ ਜਵਾਬ ਦੇਣ ਨੂੰ ਕਹਿੰਦੀ ਆ, ਪਰ ਮੈਂ ਅਜੇ ਤੱਕ ਤੈਨੂੰ ਇੱਕ ਵਾਰ ਵੀ ਨਹੀਂ ਕਿਹਾ। ਮੈਨੂੰ ਸੀ ਕਿ ਤੈਨੂੰ ਆਪਣੇ ਆਪ ਮੈਂ ਅਹਿਸਾਸ ਹੋ ਜਾਵੇ ਵੀ ਇੱਧਰ ਮੰਨਦੇ ਨਹੀਂ ਕਰਦੇ ਸਾਰੇ। ਜਦ ਤੂੰ ਨਹੀਂ ਕਰਦੀ ਕੋਈ ਗੱਲ ਆਪਣੇ ਟੱਬਰ ਤੋਂ ਪੁੱਛੇ ਬਿਨਾਂ ਤਾਂ ਮੈਂ ਕਿਉਂ ਕਰਾਂ। ਉਸਨੇ ਮੈਨੂੰ ਕਿਹਾ ਮੈਂ ਆਪਣੇ ਪਰਿਵਾਰ ਤੋਂ ਪੁੱਛੇ ਬਿਨਾਂ ਨਹੀਂ ਕਰਦੀ ਕੋਈ ਗੱਲ, ਪਰ ਕਿਸੇ ਰਿਸ਼ਤੇਦਾਰ ਪਿੱਛੇ ਤਾਂ ਨਹੀਂ ਲੱਗਦੀ। ਮੈਂ ਜਵਾਬ ਦਿੱਤਾ, ਪਰ ਜਿਵੇਂ ਹੀ ਉਸਨੇ ਉਸ ਬਾਰੇ ਇਹ ਗਲਤ ਜਿਹੇ ਲੱਗਣ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਮੈਨੂੰ ਸਾਰੀ ਹਮਦਰਦੀ ਭੁੱਲ ਗਈ ਤੇ ਮੈਂ ਸੋਚਣ ਲਈ ਮਜਬੂਰ ਹੋ ਗਈ
ਕਿ ਆਖਿਰਕਾਰ ਉਹ ਇਹਦੇ ਕੋਲ ਹੁੰਦੇ ਸਾਰਾ ਸਮਾਨ ਕਿਵੇਂ ਲੈ ਕੇ ਜਾ ਸਕਦੀ ਸੀ। ਫਿਰ ਮੈਂ ਪੁੱਛਿਆ, ਤੁਸੀਂ ਕਿੱਥੇ ਸੀ ਜਦੋਂ ਉਹ ਸਮਾਨ ਲੈ ਕੇ ਗਈ ਸੀ? ਯਾਰ, ਜਦੋਂ ਉਹ ਰੁੱਸ ਕੇ ਚਲੀ ਗਈ ਸੀ ਮੇਰੇ ਨਾਲ, ਉਸ ਨੂੰ ਮੈਂ ਬਹੁਤ ਮਨਾਇਆ ਪਰ ਉਹ ਵਾਪਸ ਹੀ ਨਹੀਂ ਆਈ। ਫਿਰ ਉਹਨੇ ਆਪਣੇ ਘਰਦਿਆਂ ਪਿੱਛੇ ਲੱਗ ਕੇ ਮੇਰੇ ਤੇ ਕੇਸ ਕਰਤਾ। ਮੈਨੂੰ ਮੇਰੇ ਵਕੀਲ ਨੇ 1-2 ਸਾਲ ਘਰੋਂ ਦੂਰ ਰਹਿਣ ਲਈ ਕਹਿਤਾ। ਮੈਂ ਰਾਜਸਥਾਨ ਰਹਿਣ ਲੱਗ ਗਿਆ। ਉਹ ਬਾਅਦ ਵਿੱਚ ਥੋੜਾ ਥੋੜਾ ਕਰਕੇ ਸਾਰਾ ਸਮਾਨ ਲੈ ਗਈ। ਉਹਨੇ ਲਾਬਾਡੇ ਤੋਂ ਸਾਰਾ ਸਮਾਨ ਚੁੱਕ ਲਿਆ ਸੀ। ਬਾਅਦ 'ਚ ਮੈਂ ਤਲਾਕ ਹੋਣ ਤੋਂ ਬਾਅਦ ਲਏ ਨੇ ਆਹ ਨਵੇਂ ਬੈੱਡ ਤੇ ਉਹਨਾਂ ਦੇ ਜੋ ਇਹ ਸਟੋਰੀ ਸੁਣਾਈ ਸੀ। ਯਕੀਨ ਤਾਂ ਨਹੀਂ ਸੀ ਹੋ ਰਿਹਾ, ਪਰ ਮੈਂ ਜਾਣ ਬੁੱਝ ਕੇ ਉਸ ਦੀ ਹਾਂ 'ਚ ਹਾਂ ਮਿਲਾਉਂਦੀ ਰਹੀ ਤਾਂ ਜੋ ਉਹ ਹੋਰ ਸਭ ਗੱਲਾਂ ਵੀ ਮੈਨੂੰ ਦੱਸ ਦੇਵੇ। ਫਿਰ ਉਸਨੇ ਦੱਸਿਆ ਉਹ ਤਾਂ ਮੇਰੀ ਪਾਣੀ ਵਾਲੀ ਟੈਂਕੀ ਵੀ ਲੈ ਗਈ ਚੁੱਕ ਕੇ। ਮੈਂ ਅਜੇ ਲਵਾਈ ਨਹੀਂ ਨਵੀਂ, ਫਿਟਿੰਗ ਵੀ ਭੰਨ ਗਈ। ਉਹ ਪਾਣੀ ਦੀ ਤੇ ਬਿਜਲੀ ਦੀ ਲਾਈਟਾਂ ਵੀ ਲੈ ਗਈ, ਸਾਰੀਆਂ ਲਾ ਕੇ। ਪੱਖਾ ਬਲਬ ਤੱਕ ਨਹੀਂ ਛੱਡ ਕੇ ਗਈ। ਉਹ ਸਵਿੱਚਾਂ ਤੱਕ ਮੈਂ ਨਵੀਆਂ ਲਾਈਆਂ ਨੇ ਲਿਆ ਕੇ। ਬਾਅਦ 'ਚ ਮੈਂ ਚੁੱਪਚਾਪ ਸੁਣੀ ਗਈ। ਫਿਰ ਉਹ ਰੋਣ ਲੱਗ ਪਿਆ। ਮੈਂ ਉਸ ਦੀਆਂ ਗੱਲਾਂ ਤੋਂ ਅੰਦਾਜ਼ਾ ਲਗਾ ਲਿਆ ਸੀ ਕਿ ਉਹ ਹੁਣ ਮੈਨੂੰ ਵਿਆਹ ਤੋਂ ਜਵਾਬ ਦੇਣਾ ਚਾਹੁੰਦਾ ਹੈ, ਪਰ ਮੈਂ ਉਸ ਗੱਲ ਤੋਂ ਡਰਦਾ। ਮੈਨੂੰ ਮਨਾ ਨਹੀਂ ਕਰਦਾ ਕਿ ਉਹਦੇ ਤੇ ਗੱਲ ਨਾ ਆਵੇ। ਮੈਂ ਕਿਸੇ ਤਰ੍ਹਾਂ ਆਪ ਹੀ ਉਸ ਨੂੰ ਜਵਾਬ ਦੇ ਦੇਵਾਂ, ਪਰ ਅਜੇ ਮੈਂ ਉਸ ਦੀਆਂ ਹਰਕਤਾਂ ਨੂੰ ਦਿਖਾਉਣ ਜੋਗੀ ਨਹੀਂ ਸੀ ਕਿਉਂਕਿ ਮੇਰੇ ਕੋਲ ਕੋਈ ਸਬੂਤ ਨਹੀਂ ਸੀ ਜੋ ਮੈਂ ਦਿਖਾ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਨਾ ਕਰਨ ਲਈ ਮਨਾ ਸਕਾਂ। ਪਰ ਅਜੇ ਤੱਕ ਮੇਰੇ ਕੋਲ ਕੋਈ ਸਬੂਤ ਨਹੀਂ ਆਇਆ। ਇੰਨਾ ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ ਕਿ ਮੈਂ ਉਸ ਦੀਆਂ ਗੱਲਾਂ ਦੀ ਕਾਲ ਰਿਕਾਰਡਿੰਗ ਕਰ ਲਵਾਂ। ਬੇਸ਼ੱਕ ਪੂਰੀ ਤਰ੍ਹਾਂ ਨਾ ਸਹੀ, ਪਰ 70% ਤਾਂ ਮੈਂ ਵੀ ਦਿਮਾਗੀ ਤੌਰ 'ਤੇ ਪ੍ਰਭਾਵਿਤ ਹੋ ਗਈ ਸੀ ਉਸ ਦੀਆਂ ਗੱਲਾਂ ਨਾਲ। ਤਾਂ ਹੀ ਮੇਰੇ ਦਿਮਾਗ ਨੇ ਹੁਣ ਕੰਮ ਕਰਨਾ ਬੰਦ ਕਰ ਦਿੱਤਾ ਸੀ। ਫਿਰ ਇੱਕ ਦਿਨ ਉਹਨੇ ਮੈਨੂੰ ਦੱਸਿਆ, ਪੰਡਤ ਨੇ ਕਿਹਾ ਏ ਕਿ ਸਤੰਬਰ ਮਹੀਨੇ ਤੱਕ ਵਿਆਹ ਨਹੀਂ ਹੋ ਸਕਦਾ ਆਪਣਾ। ਜੇ ਕੀਤਾ ਤਾਂ ਇੱਕ ਦੀ ਮੌਤ ਹੋ ਸਕਦੀ ਆ। ਦੇਖੋ, ਤੁਸੀਂ ਪਹਿਲਾਂ 15 ਦਿਨਾਂ ਬਾਅਦ ਹੀ ਕਿਹਾ, ਉਹ ਵੀ ਲੰਘ ਗਏ। ਹੁਣ ਤਾਂ ਮਹੀਨੇ ਤੋਂ ਉੱਪਰ ਲੰਘ ਗਿਆ। ਹੁਣ ਤੁਸੀਂ ਸਤੰਬਰ ਤੱਕ ਕਹਿ ਰਹੇ ਹੋ। ਜੇ ਜਵਾਬ ਦੇਣਾ ਏ ਤਾਂ ਹੁਣ ਹੀ ਦੇਵੋ ਪਲੀਜ਼। ਜਨਾਬ, ਕਿਹਨੇ ਕਹਿਤਾ? ਤੁਹਾਨੂੰ ਵੀ ਮੈਂ ਜਵਾਬ ਦੇਣਾ ਏ। ਤੁਹਾਨੂੰ ਮੈਂ ਵਿਆਹ ਕਰਵਾ ਕੇ ਲੈ ਕੇ ਜਾਊਂਗਾ, ਵਾਅਦਾ ਏ ਮੇਰਾ। ਮੈਂ ਛੱਡ ਕੇ ਜਾਣ ਵਾਲਿਆਂ 'ਚੋਂ ਨਹੀਂ ਹੈਗਾ। 20 ਜੁਲਾਈ ਨੂੰ ਮੈਨੂੰ ਕਿਸੇ ਕੰਮ ਆਪਣੀ ਦੀਦੀ ਕੋਲ ਜਾਣਾ ਪੈ ਗਿਆ। ਉਹ ਬਿਮਾਰ ਸੀ ਤੇ ਮੈਂ ਉਸਦੇ ਕੰਮ ਲਈ ਉੱਥੇ ਰੁਕਣਾ ਸੀ। ਮੈਂ ਜਸਕਰਨ ਨੂੰ ਦੱਸ ਕੇ ਗਈ ਤਾਂ ਵੀ ਉਹਨੇ ਮੇਰੇ ਤੇ ਮੇਰੇ ਜੀਜੂ ਤੇ ਸ਼ੱਕ ਹੋਇਆ। ਮੈਂ ਉਸ ਨੂੰ ਸਮਝਾ ਕੇ ਥੱਕ ਗਈ ਕਿ ਜੀਜੂ ਤਾਂ 5 ਸਾਲ ਤੋਂ ਬਾਹਰ ਨੇ, ਪਰ ਉਹ ਸ਼ੱਕ ਕਰਦਾ ਰਿਹਾ ਤੇ ਮੈਂ 5 ਦਿਨਾਂ ਬਾਅਦ ਮੁਸ਼ਕਲ ਨਾਲ ਆਪਣੀ ਦੀਦੀ ਕੋਲ ਰਹਿ ਸਕੀ। ਉਸ ਦੇ ਨਿੱਤ ਦੇ ਕਲੇਸ਼ ਤੋਂ ਡਰਦੀ ਮੈਂ ਵਾਪਸ ਆ ਗਈ। ਦਿਨ ਲੰਘਦੇ ਗਏ ਤੇ ਦਿਨ ਆ ਗਿਆ ਰੱਖੜੀ ਦਾ। ਮੈਂ ਤੇ ਮੇਰਾ ਭਰਾ ਪਹਿਲਾਂ ਪਟਿਆਲੇ ਗੁਰੂ ਘਰ ਗਏ ਮੱਥਾ ਟੇਕਣ। ਵਾਪਸ ਮੁੜਦੇ ਸਮੇਂ ਮੈਨੂੰ ਮੇਰੇ ਇੱਕ ਭਰਾ ਦਾ ਫੋਨ ਆ ਗਿਆ। ਮੈਂ ਰੱਖੜੀ ਬਣਾਉਣ ਘਰ ਆ ਰਿਹਾ, ਤੂੰ ਜਿੱਥੇ ਵੀ ਆ ਘਰ ਪਹੁੰਚ ਜਾਈਂ ਟਾਈਮ ਨਾਲ। ਮੈਂ ਆ ਕੇ ਰੱਖੜੀ ਬਣਾ ਕੇ ਲੈ ਜਾਣੀ ਆ। ਇਹ ਮੇਰੇ ਵੀਰ ਜੀ 4-5 ਸਾਲ ਤੋਂ ਮੇਰੇ ਮੂੰਹ ਬੋਲੇ ਭਰਾ ਬਣੇ ਹੋਏ ਨੇ। ਇਹ ਹਰ ਸਾਲ ਮੇਰੇ ਤੋਂ ਰੱਖੜੀ ਬਣਵਾਉਂਦੇ ਨੇ। ਵੀਰ ਜੀ ਅਜੇ ਗੱਲਾਂ ਕਰ ਹੀ ਰਹੇ ਸੀ ਕਿ ਵਿੱਚ ਹੀ ਜਸਕਰਨ ਨੇ ਫੋਨ ਕਰ ਲਿਆ। ਫੋਨ ਵਿਅਸਤ ਆ ਰਿਹਾ ਸੀ ਤੇ ਉਸਦੇ ਮਨ ਵਿੱਚ ਸ਼ੱਕ ਪੈਦਾ ਹੋ ਰਿਹਾ ਸੀ। ਜਿਵੇਂ ਹੀ ਮੈਂ ਫੋਨ ਕੱਟਿਆ, ਨਾਲ ਹੀ ਉਸਦੀ ਮਿਸ ਕਾਲ ਦੇਖ ਕੇ ਮੈਂ ਉਸ ਨੂੰ ਫੋਨ ਕਰ ਲਿਆ। ਉਸਨੇ ਮੈਨੂੰ ਫੋਨ ਬਿਜ਼ੀ ਆਉਣ ਦਾ ਕਾਰਨ ਪੁੱਛਿਆ ਤਾਂ ਮੈਂ ਸਾਫ਼-ਸਾਫ਼ ਵੀਰ ਜੀ ਦੇ ਫੋਨ ਬਾਰੇ ਦੱਸ ਦਿੱਤਾ। ਉਸ ਸਮੇਂ ਤਾਂ ਉਹ ਕੁਝ ਨਾ ਬੋਲਿਆ। ਅਸੀਂ ਘਰ ਆ ਗਏ ਅਤੇ ਸ਼ਾਮ ਨੂੰ 4 ਵਜੇ ਮੇਰੇ ਵੀਰ ਜੀ ਘਰ ਪਹੁੰਚ ਗਏ ਰੱਖੜੀ ਬਣਾਉਣ। ਉਹਨਾਂ ਦੇ ਨਾਲ ਉਹਨਾਂ ਦਾ ਦੋਸਤ ਵੀ ਸੀ। ਮੈਂ ਦੋਹਾਂ ਦੇ ਰੱਖੜੀ ਬੰਨ੍ਹ ਦਿੱਤੀ ਤੇ ਬਸ ਉਹਨਾਂ ਨੇ ਦੁੱਧ ਦਾ ਕੱਪ ਪੀਤਾ ਤੇ ਚਲੇ ਗਏ। ਮਸਾਂ ਹੀ ਖਿੱਚ ਤੂ ਕਰਕੇ ਉਹ ਅੱਧਾ ਘੰਟਾ ਹੀ ਮੇਰੇ ਘਰ ਰੁਕੇ ਸੀ, ਉਹ ਵੀ ਮੇਰੇ ਪੂਰੇ ਪਰਿਵਾਰ ਦੇ ਨਾਲ, ਉਹਨਾਂ ਦੀ ਮੌਜੂਦਗੀ ਵਿੱਚ। ਜਸਕਰਨ ਦੀ ਆਦਤ ਸੀ ਕਿ ਉਸਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਮਿੰਟ ਦਾ ਵੇਰਵਾ ਪੁੱਛਣਾ ਹੁੰਦਾ ਸੀ। ਉਸ ਦਿਨ ਵੀ ਉਸਨੇ ਸ਼ਾਮ ਨੂੰ ਇੱਕ ਗੱਲ ਪੁੱਛੀ ਤਾਂ ਮੈਂ ਸਭ ਦੱਸ ਦਿੱਤਾ। ਮੈਂ ਆਪਣੇ ਅਤੇ ਵੀਰ ਜੀ ਦੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਬਾਰੇ ਵੀ ਹਰ ਗੱਲ ਸੱਚ ਦੱਸ ਦਿੱਤੀ। ਉਸਨੇ ਮੈਨੂੰ ਪੁੱਛਿਆ, ਕਿੰਨਾ ਚਿਰ ਘਰ ਰੁਕਿਆ ਵੀਰ ਤੇਰਾ? ਕੀ ਦੇ ਗਿਆ ਏ ਫਿਰ ਤੈਨੂੰ ਰੱਖੜੀ ਬਣਾਉਣ ਦਾ? ਨਾਲ ਕੌਣ ਸੀ ਹੋਰ? ਉਸਦੇ ਇਹ ਸਵਾਲ ਉਸਦੇ ਸ਼ੱਕ ਕਰਨ ਦੀ ਆਦਤ ਨੂੰ ਚੰਗੀ ਤਰ੍ਹਾਂ ਉਜਾਗਰ ਕਰ ਰਹੇ ਸੀ, ਪਰ ਮੈਂ ਵੀ ਜਵਾਬ ਦੇਣਾ ਆਪਣੀ ਜ਼ਿੰਮੇਵਾਰੀ ਸਮਝੀ। ਅੱਧਾ ਘੰਟਾ ਮਸਾਂ ਕੁ ਰੁਕੇ। ਉਹ ਤਾਂ 4 ਵਜੇ ਆਏ ਸੀ। ਰੱਖੜੀ ਬਣਾਉਣ ਤੋਂ ਬਾਅਦ ਦੁੱਧ ਪੀਤਾ, ਨਾਲ ਦੀ ਨਾਲ ਹੀ ਵਾਪਸ ਚਲੇ ਗਏ। 4:30 ਵਜੇ ਮੈਨੂੰ ਕਿਹੜਾ ਪੈਸਿਆਂ ਦਾ ਲਾਲਚ ਆ, ਜੋ ਦੇ ਗਏ ਵਧੀਆ ਸੀ ਬਸ। ਫਿਰ ਵੀ ਖਾਲੀ ਤਾਂ ਨਹੀਂ ਮੁੜੇ ਹੋਣੇ, ਦਿੱਤਾ ਹੀ ਹੋਊਗਾ ਕੁਝ। 500 ਰੁਪਏ ਦਿੱਤੇ ਸੀ। ਚੱਲ ਵਧੀਆ ਏ ਤੈਨੂੰ ਤਾਂ। ਫਿਰ ਹੋਰ ਸੁਣਾ ਕੋਈ ਗੱਲ। ਅੱਜ ਤਾਂ ਫਿਰ ਵਧੀਆ ਦਿਹਾੜੀ ਬਣਾ ਲਈ ਤੂੰ। ਨਾਲੇ ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ,
ਵੀ ਜੇ ਮੈਂ ਤੈਨੂੰ ਕਹਿੰਦਾ ਹੁੰਦਾ ਵਾਂ ਵੀ ਆ ਜਾ ਮਾਰਕੀਟ ਚੱਲੀਏ ਤਾਂ ਕਿਤੇ ਘੁੰਮਣ ਹੋਰ ਚੱਲੀਏ, ਤੂੰ ਕਦੇ ਨਹੀਂ ਹਾਂ ਕਰਦੀ। ਵੀਰੇ ਜੋਗਾ ਅੱਧਾ ਘੰਟਾ ਬਥੇਰਾ ਕੱਢ ਲਿਆ, ਹੱਦ ਹੈ ਤੇਰੀ ਵੀ। ਉਹਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ, ਪਰ ਸ਼ਾਇਦ ਇਹ ਸਹੀ ਸਮਾਂ ਨਹੀਂ ਸੀ ਜਵਾਬ ਦੇਣ ਦਾ। ਇਸ ਲਈ ਮੈਂ ਚੁੱਪ ਹੀ ਭਲੀ ਦੀ ਕਹਾਵਤ ਯਾਦ ਕੀਤੀ ਤੇ ਚੁੱਪ ਹੀ ਵੱਟ ਰੱਖੀ। 13 ਅਗਸਤ ਨੂੰ ਮੈਂ ਆਪਣੇ ਮੰਮੀ ਨਾਲ ਬਾਜ਼ਾਰ ਜਾਣਾ ਸੀ। ਮੈਂ ਬਹੁਤ ਬਿਮਾਰ ਸੀ। ਕਾਫੀ ਦਿਨਾਂ ਤੋਂ ਮੰਮੀ ਮੈਨੂੰ ਟੈਸਟ ਕਰਵਾਉਣ ਲੈ ਕੇ ਚੱਲੇ ਸੀ। ਮੈਂ ਤੇ ਮੰਮੀ ਟੈਸਟ ਕਰਵਾਉਣ ਗਏ, ਪਰ ਕਰੋਨਾ ਕਰਕੇ ਉਸ ਲੈਬੋਰਟਰੀ ਵਾਲਿਆਂ ਨੇ ਮੇਰੇ ਟੈਸਟ ਕਰਨ ਨੂੰ ਟਾਈਮ ਲਗਾ ਦਿੱਤਾ, ਜਿਸ ਕਰਕੇ ਸਾਨੂੰ ਵਾਪਸ ਆਉਂਦਿਆਂ ਨੂੰ 4 ਵੱਜ ਗਏ। ਉੱਪਰੋਂ ਮੇਰੀ ਭਰਜਾਈ ਪੇਕੇ ਚਲੀ ਗਈ, ਜਿਸ ਕਰਕੇ ਘਰ ਦੇ ਕੰਮ ਵੀ ਸਾਰੇ ਮੈਨੂੰ ਹੀ ਕਰਨੇ ਪੈਣੇ ਸੀ। ਮੈਂ ਸ਼ਾਮ ਨੂੰ ਆਪਣੇ ਕੰਮ ਕਰਨ ਵਿੱਚ ਰੁੱਝੀ ਹੋਈ ਸੀ। ਮੈਨੂੰ ਉਸ ਦਾ ਫੋਨ ਆਇਆ, ਪਰ ਮੈਂ ਰਸੋਈ ਵਿੱਚ ਸੀ ਤੇ ਫੋਨ ਕਮਰੇ ਵਿੱਚ ਪਿਆ ਹੋਣ ਕਰਕੇ ਮੈਨੂੰ ਪਤਾ ਹੀ ਨਾ ਲੱਗਿਆ। ਜਦੋਂ ਮੈਂ ਫਿਰ ਫੋਨ ਦੇਖਿਆ ਤਾਂ 3 ਮਿਸ ਕਾਲ ਆਈਆਂ ਹੋਈਆਂ ਸੀ। ਮੈਨੂੰ ਉਸ ਦੇ ਸੁਭਾਅ ਦਾ ਪਤਾ ਸੀ, ਇਸ ਲਈ ਮੈਂ ਡਰਦੀ ਨੇ ਉਸ ਨੂੰ ਫੋਨ ਕਰ ਲਿਆ। ਉਸ ਨੇ ਗੁੱਸੇ ਵਿੱਚ ਕਈ ਵਾਰ ਫੋਨ ਕੱਟ ਦਿੱਤਾ ਤਾਂ ਮੈਂ ਉਸ ਨੂੰ ਫੋਨ ਰੱਖ ਕੇ ਆਪਣੇ ਕੰਮ ਵਿੱਚ ਲੱਗ ਗਈ। ਪੂਰੇ 6 ਵਜੇ ਉਸ ਦਾ ਮੈਨੂੰ ਫਿਰ ਫੋਨ ਆ ਗਿਆ ਤੇ ਪੂਰੇ 7 ਵਜੇ ਤੱਕ ਵਧੀਆ ਗੱਲਾਂ ਕਰਦਾ ਰਿਹਾ, ਪਰ ਉਸਨੇ ਇੱਕ ਵਾਰ ਵੀ ਮੈਨੂੰ ਇਹ ਨਹੀਂ ਸੀ ਪੁੱਛਿਆ ਕਿ ਮੇਰੇ ਜੋ ਟੈਸਟ ਕਰਵਾਏ ਸੀ ਅੱਜ ਉਹਨਾਂ ਦੀ ਰਿਪੋਰਟ ਵਿੱਚ ਕੀ ਆਇਆ ਸੀ, ਜਾਂ ਕਦੇ ਵੀ ਉਸਨੇ ਮੈਨੂੰ ਇਹ ਨਹੀਂ ਸੀ ਪੁੱਛਿਆ ਕਿ ਮੈਂ ਇੰਨੇ ਦਿਨਾਂ ਤੋਂ ਬਿਮਾਰ ਹਾਂ, ਮੈਂ ਕਿਵੇਂ ਹਾਂ, ਜਾਂ ਮੈਂ ਦਵਾਈ ਲਈ ਜਾਂ ਨਹੀਂ। ਕਈ ਵਾਰ ਮੈਨੂੰ ਲੱਗਦਾ ਸੀ ਕਿ ਉਸ ਨੂੰ ਮੇਰੀ ਸਿਹਤ ਠੀਕ ਹੋਣ ਜਾਂ ਨਾ ਹੋਣ ਦੀ ਕੋਈ ਪਰਵਾਹ ਹੀ ਨਹੀਂ ਸੀ। ਖੈਰ ਉਸ ਦਿਨ ਵੀ ਉਹ ਆਮ ਦਿਨਾਂ ਵਾਂਗ ਹੀ ਆਪਣੀਆਂ ਬੇਸਿਰ ਪੈਰ ਦੀਆਂ ਗੱਲਾਂ ਕਰਦਾ ਰਿਹਾ। ਮੈਂ ਬਹੁਤ ਕਿਹਾ, ਮੇਰੇ ਕੰਮ ਪਏ ਨੇ, ਭਾਬੀ ਘਰ ਨਹੀਂ, ਨਾਲੇ ਪਿਛਲੇ ਅੱਧੇ ਘੰਟੇ ਤੋਂ ਆਪਾਂ ਗੱਲਾਂ ਕਰੀ ਜਾਂਦੇ ਆ। ਮੇਰੀ ਬਾਂਹ 'ਚ ਟੈਸਟ ਕਰਨ ਲਈ ਬਲੱਡ ਲਿਆ ਸੀ, ਤਾਂ ਕਰਕੇ ਉਹ ਸੁੱਜੀ ਪਈ ਆ। ਮੇਰੇ ਸੂਟ ਦੀ ਬਾਂਹ ਵੀ ਸੋਜ ਕਾਰਨ ਭੀੜੀ ਹੋਈ ਪਈ ਆ, ਦਰਦ ਵੀ ਕਰਦੀ ਆ, ਨਾਲੇ ਫੋਨ ਵੀ ਗਰਮ ਹੋਇਆ ਪਿਆ, ਕੰਨ ਨੂੰ ਵੀ ਨਹੀਂ ਲੱਗਦਾ। ਆਪਾਂ ਫੇਰ ਗੱਲ ਕਰ ਲਾਂਗੇ ਵਿਹਲੇ ਟਾਈਮ ਪਲੀਜ਼। ਆਹ ਬਹਾਨੇ ਜੇ ਕਿਸੇ ਹੋਰ ਨੂੰ ਬਣਾ ਕੇ ਦਿਖਾਇਆ ਕਰ। ਚੁੱਪ ਕਰਕੇ ਗੱਲ ਕਰ ਤੂੰ ਅੱਜ ਮੇਰੇ ਨਾਲ, ਐਵੇਂ ਮਾਰਦੀ ਰਹਿਨੀ ਆ ਤੂੰ ਆਪਣੀਆਂ ਝੂਠੀਆਂ ਮੁੱਠੀਆਂ ਜੀਆਂ। ਨਾਲੇ ਤੇਰੇ ਕੰਮਾਂ ਦਾ ਮੈਨੂੰ ਠੇਕਾ ਨਹੀਂ, ਘਰਦਿਆਂ ਤੋਂ ਫਾਲਤੂ ਹੀ ਡਰਦੀ ਰਹਿਨੀ ਆ। ਉਹਨਾਂ ਨੂੰ ਕਿਹੜਾ ਪਤਾ ਨਹੀਂ ਵੀ ਪ੍ਰਾਹੁਣਾ ਫੋਨ ਕਰਦਾ ਏ, ਆਪੇ ਪਕਾ ਲੂ ਮਾਤਾ ਰੋਟੀ। ਤੁਸੀਂ ਅੱਜ ਫੇਰ ਡਰਿੰਕ ਕੀਤੀ ਆ? ਨਹੀਂ ਮੈਂ ਨਹੀਂ ਡਰਿੰਕ ਕੀਤੀ। ਮੈਂ ਕਦੋਂ ਕੀਤੀ ਆ ਡਰਿੰਕ? ਤੂੰ ਐਵੇਂ ਇਲਜ਼ਾਮ ਜੇ ਨਾ ਲਾਇਆ ਕਰ। ਛੱਡਣਾ ਤਾਂ ਉਹੀ ਛੱਡ ਦੇ। ਨਹੀਂ ਜੀ ਮੈਂ ਕੋਈ ਇਲਜ਼ਾਮ ਨਹੀਂ ਲਾਇਆ, ਜੋ ਸੱਚ ਆ ਮੈਂ ਉਹੀ ਕਿਹਾ ਏ। ਸਾਡੇ ਵਿੱਚ ਬਹਿਸ ਵੱਧਦੀ ਜਾ ਰਹੀ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕਰਾਂ ਤਾਂ ਕੀ ਕਰਾਂ। ਫਿਰ ਉਸਨੇ ਮੈਨੂੰ ਕਿਹਾ, ਅੱਜ ਮੈਨੂੰ ਬੋਲਣ ਦੇ, ਤੂੰ ਚੁੱਪ ਕਰਕੇ ਸੁਣ। ਮੇਰੇ ਦਿਮਾਗ ਵਿੱਚ ਇੱਕ ਗੱਲ ਆਈ ਕਿ ਕਿਉਂ ਨਾ ਮੈਂ ਉਸਦੀ ਇਸ ਗੱਲ ਦਾ ਫਾਇਦਾ ਚੁੱਕਾਂ। ਮੈਂ ਫੋਨ ਨੂੰ ਰਿਕਾਰਡਿੰਗ 'ਤੇ ਲਗਾ ਲਿਆ ਤੇ ਉਸ ਦੀਆਂ ਗੱਲਾਂ ਚੁੱਪ ਕਰਕੇ ਸੁਣਨ ਲੱਗ ਪਈ। ਮੈਂ ਤਾਂ ਤੇਰੇ ਵਰਗੀ ਬੇਸ਼ਰਮ ਕੁੜੀ ਨਹੀਂ ਦੇਖੀ। ਜੇ ਤੇਰੇ ਨਾਲ ਕਿਸੇ ਹੋਰ ਦੀ ਗੱਲ ਆ, ਤੈਨੂੰ ਉਸ ਦਾ ਫੋਨ ਆ ਰਿਹਾ, ਤੂੰ ਮੈਨੂੰ ਸਿੱਧਾ ਦੱਸ ਦੇ। ਬਹਾਨੇ ਤਾਂ ਨਾ ਬਣਾ। ਕਦੇ ਜੀ ਬਾਂਹ ਦੁਖਦੀ ਆ, ਕਦੇ ਕੰਮ ਕਰਨਾ। ਸਾਲਾ ਹੋਰ ਟੱਬਰ ਮਰ ਗਿਆ ਕੰਮ ਕਰਨ ਵਾਲਾ। ਤੂੰ ਹੀ ਹੋ ਗਈ ਬਹੁਤ ਮਹਾਰਾਣੀ ਨੌਕਰ। ਐ ਤੂੰ ਇਹਨਾਂ ਦੀ, ਸਾਲੇ ਕਰਨ ਨਾ ਕਰਨ ਇਹਨਾਂ ਦਾ ਘਰ ਆ। ਮੈਨੂੰ ਕਿਸੇ ਦਾ ਫੋਨ ਨਹੀਂ ਆਉਣਾ। ਅੱਛਾ ਤੁਸੀਂ ਐਵੇਂ ਇਲਜ਼ਾਮ ਲਾ ਰਹੇ ਹੋ ਹੁਣ। ਬਤਾ ਮੈਨੂੰ ਤੇਰਾ ਬਾਲੀ ਸਤੀ ਸਵਿਤਰੀ ਦਾ ਉਹ ਯਾਰ ਤੇਰੇ ਜਿਹੜੇ ਕਿਤੇ ਘਰ ਦੇ ਸਾਹਮਣੇ ਤੇਰੇ ਤੋਂ ਰੱਖੜੀਆਂ ਬਣਾਉਣ ਆਉਂਦੇ ਆ, ਉਹੀ ਯਾਰ ਤੈਨੂੰ ਬਾਜ਼ਾਰ 'ਚ ਵੀ ਮਿਲਦੇ ਹੋਣੇ ਨੇ। ਕਰਦੇ ਹੋਣਗੇ ਹੁਣ ਭੈਣ ਦੇ ਯਾਰ ਸਾਲੇ ਫੋਨ। ਤੁਸੀਂ ਫਾਲਤੂ ਦੀਆਂ ਗੱਲਾਂ ਕਿਉਂ ਕਰ ਬੋਲਦੇ ਹੋ? ਬਾਏ ਮੁੜ ਕੇ ਮੈਨੂੰ ਫੋਨ ਨਾ ਆਵੇ ਤੁਹਾਡਾ। ਫੋਨ ਨਾ ਕੱਟੀ ਜੇ ਸਗੇ ਬਾਪ ਦੀਆਂ। ਸੱਚ ਤੈਨੂੰ ਹੁਣ ਕੌੜਾ ਲੱਗਦਾ ਏ, ਠੀਕ ਹੈ, ਬੋਲੋ ਜੋ ਬੋਲਣਾ ਏ। ਅੱਜ ਆਖਰੀ ਵਾਰ ਦੀ ਗੱਲ ਸਮਝ ਲਓ। ਫਿਰ ਤੁਸੀਂ ਵੀ ਮੈਨੂੰ ਕੋਈ ਪਰਵਾਹ ਨਹੀਂ ਹੈਗੀ, ਨਾ ਮੈਂ ਕਿਸੇ ਸਾਲੇ ਤੋਂ ਡਰਦਾ। ਲੱਗੀ ਸਮਝ? ਨਾਲੇ ਮੈਨੂੰ ਦੱਸ ਵੀ ਉਹ ਤੇਰਾ ਭਰਾ ਏ ਤਾਂ ਸਾਲਾ ਭੈਣ ਆਪਣੀ ਘਰਵਾਲੀ ਨੂੰ ਕਿਉਂ ਨਹੀਂ ਲਿਆਇਆ? ਬਲਾ ਬਲਾ ਮੇਰੇ ਭਰਾ ਭਰਜਾਈ ਨੂੰ ਗਾਲਾਂ ਨਹੀਂ ਕੱਢਣੀਆਂ। ਅੱਛਾ ਮੈਂ ਤਾਂ ਕੱਢੂੰਗਾ, ਸੱਚ ਬੋਲਦਾ ਏ ਤਾਂ ਤੈਨੂੰ ਬੁਰਾ ਲੱਗਿਆ ਏ। ਤੁਸੀਂ ਲੋਕ ਬੇਅਕਲ ਹੋ, ਇੱਕ ਨੰਬਰ ਦੇ ਬਦਦਮਾਗ। ਤੁਹਾਨੂੰ ਇਹ ਤੁਕ ਨਹੀਂ ਕਦਰ ਕਰਦੀ ਕਿ ਇੱਕ ਬੰਦਾ ਤੁਹਾਨੂੰ ਕਿੰਨਾ ਪਿਆਰ ਕਰਦਾ ਏ, ਕਿੰਨੀ ਕੇਅਰ ਕਰਦਾ ਏ ਤੁਹਾਡੀ, ਤੇ ਤੁਸੀਂ ਉਹਨਾਂ ਨੂੰ ਛੱਡ ਕੇ ਯਾਰਾਂ ਨਾਲ ਜਾਲੀਆਂ ਨਿਭਾ ਰਹੇ ਹੋ। ਮੇਰੇ ਨਾਲ ਘਰ ਐਵੇਂ ਤੇਰੇ ਰਿਸ਼ਤੇਦਾਰ ਮੈਂ ਨਹੀਂ ਬਰਦਾਸ਼ਤ ਕਰਨਾ। ਜੇ ਕਿਸੇ ਨੇ ਵੀ ਮਹੱਲੇ 'ਚੋਂ ਮੈਨੂੰ ਇਹ ਕਹਿਤਾ ਵੀ ਤੇਰੀ ਘਰ ਵਾਲੀ ਕੋਈ ਕੋਲ ਬੰਦੇ ਆਉਂਦੇ ਆ, ਪਹਿਲੀ ਗੱਲ ਉਹ ਮੇਰੇ ਭਰਾ ਨੇ, ਕੋਈ ਗਲਤ ਬੰਦੇ ਨਹੀਂ। ਦੂਜੀ ਗੱਲ ਮੇਰੇ ਤਾਂ ਸਾਰੇ ਰਿਸ਼ਤੇਦਾਰ ਮੇਰੇ ਆਉਣਗੇ। ਤੀਜੀ ਗੱਲ, ਆਖਰੀ ਗੱਲ, ਤੁਸੀਂ ਜੋ ਇੰਨੀਆਂ ਗੱਲਾਂ ਬੋਲ ਰਹੇ ਹੋ
ਹੁਣ ਮੈਨੂੰ ਮੈਂ ਕੋਈ ਦੱਬੀ ਕੁਚਲੀ ਕੁੜੀ ਨਹੀਂ ਵੀ ਝੱਲੀ ਜਾਊਂਗੀ। ਆਪਣੇ ਮੂੰਹ ਨੂੰ ਬੰਦ ਰੱਖੋ। ਆ ਜਰਾ ਮੇਰੀ ਭਰਜਾਈ ਨਾਲ ਗੱਲ ਕਰ, ਉਸ ਨੂੰ ਪੁੱਛ ਮੈਂ ਕਿਹੋ ਜਿਹਾ ਇਨਸਾਨ ਆ। ਇਹ ਕਹਿ ਕੇ ਉਸਨੇ ਬਿਨਾਂ ਮੇਰੀ ਗੱਲ ਸੁਣੇ ਹੀ ਆਪਣੀ ਭਰਜਾਈ ਨੂੰ ਫੋਨ ਫੜਾ ਦਿੱਤਾ। ਉਹ ਬੋਲੀ, ਹੈਲੋ ਦੀਦੀ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਜੀ? ਹਾਂਜੀ ਸਤਿ ਸ਼੍ਰੀ ਅਕਾਲ, ਵਧੀਆ, ਤੁਸੀਂ ਦੱਸੋ? ਠੀਕ ਆ ਜੀ, ਬਸ ਕੀ ਕਰਦੇ ਹੋ? ਕੁਝ ਨਹੀਂ। ਆ ਤੁਹਾਡੇ ਵੀਰ ਜੀ ਨੂੰ ਕੀ ਹੋਇਆ? ਪੀਤੀ ਹੋਈ ਹੈ ਇਹਨਾਂ ਨੇ? ਹਾਂਜੀ ਦੀਦੀ, ਕੋਈ ਨਾ, ਜੇ ਉਹ ਬੋਲਦੇ ਨੇ ਤਾਂ ਤੁਸੀਂ ਚੁੱਪ ਕਰ ਜਾਓ, ਐਵੇਂ ਗੱਲ ਵੱਧ ਜੂ। ਗੱਲ ਤਾਂ ਹੁਣ ਵੈਸੇ ਵੀ ਵੱਧ ਜੂ। ਵੈਸੇ ਇਹ ਤਾਂ ਕਹਿੰਦੇ ਸੀ ਵੀ ਮੈਂ ਛੋਟੇ ਭਰਾ ਵੱਲ ਆਉਂਦਾ ਬਹੁਤਾ ਜਾਂਦਾ ਨਹੀਂ, ਫਿਰ ਅੱਜ ਕਿਵੇਂ? ਦੀਦੀ ਇਹ ਤਾਂ ਪਤਾ ਨਹੀਂ ਕਿਵੇਂ ਕਹਿਤਾ ਤੁਹਾਨੂੰ ਇਹਨਾਂ ਨੇ, ਇਹ ਤਾਂ ਰੋਜ਼ ਆ ਜਾਂਦੇ ਨੇ। ਅੱਜ ਕਹਿੰਦੇ ਤੇਰੀ ਜਠਾਣੀ ਨਾਲ ਗੱਲ ਕਰ ਲੈ, ਮੈਂ ਫੋਨ ਕਰਨ ਲੱਗਿਆ ਏ। ਉਹਦੀ ਆਵਾਜ਼ ਲੜਖੜਾਉਣ ਲੱਗ ਪਈ ਜਿਵੇਂ ਉਹ ਕੋਈ ਝੂਠ ਬੋਲਦੀ ਹੋਵੇ। ਉਹ ਅਜੇ ਗੱਲ ਕਰ ਹੀ ਰਹੀ ਸੀ ਕਿ ਇਸ ਨੇ ਆਵਾਜ਼ ਮਾਰ ਕੇ ਕਿਹਾ, ਫੋਨ ਕੱਟ ਦੇ ਹੁਣ, ਨਹੀਂ ਤਾਂ ਮੈਨੂੰ ਫੜਾ ਦੇ, ਐਵੇਂ ਕੋਈ ਪੋਲ ਖੁੱਲ੍ਹ ਜਾਊਗੀ। ਮੈਨੂੰ ਇਹ ਗੱਲ ਸਾਫ਼ ਸੁਣਾਈ ਦੇ ਰਹੀ ਸੀ। ਜੇ ਫਿਰ ਉਸ ਨੂੰ ਪੁੱਛਿਆ, ਇਹ ਕਿਹੜੀ ਪੋਲ ਖੁੱਲ੍ਹਣ ਤੋਂ ਡਰਦੇ ਨੇ ਉਹ? ਦੀਦੀ ਤੁਸੀਂ ਵੀ ਬਸ ਐਵੇਂ ਹੀ ਪਤਾ ਨਹੀਂ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ। ਪੀਤੀ ਖਾਦੀ 'ਚ ਬੋਲਦੇ ਨੇ ਉਹ ਤਾਂ ਭਲਾ। ਤੁਸੀਂ ਤਾਂ ਸੋਫੀ ਹੋ ਜੇ ਉਹਨਾਂ ਨੇ ਪੀਤੀ ਹੋਈ ਆ। ਇਸ ਹਿਸਾਬ ਨਾਲ ਤਾਂ ਤੁਸੀਂ ਰੋਜ਼ ਲੜਿਆ ਕਰੋਗੇ। ਨਾਲੇ ਵੀਰ ਜੀ ਤਾਂ ਕੁੱਟ ਵੀ ਦਿੰਦੇ ਨੇ ਫਿਰ ਗੁੱਸੇ 'ਚ। ਦੀਦੀ ਨੂੰ ਪਹਿਲਾਂ ਵਾਲੀ ਨੂੰ ਵੀ ਕੁੱਟਿਆ ਕਰਦੇ ਸੀ। ਅਜੇ ਉਹ ਮੇਰੇ ਨਾਲ ਗੱਲਾਂ ਕਰ ਹੀ ਰਹੀ ਸੀ ਕਿ ਇਸ ਨੇ ਆ ਕੇ ਫੋਨ ਹੀ ਫੜ ਲਿਆ ਤੇ ਨਾਲ ਹੀ ਬੋਲਿਆ, ਲਿਆ ਫੜਾ, ਜਨਾਨੀਆਂ ਦੀਆਂ ਗੱਲਾਂ ਨਹੀਂ ਮੁੱਕਦੀਆਂ, ਕਦੇ ਪਵਾੜਾ ਪਾਏਂਗੀ ਤੂੰ ਤਾਂ ਕੋਈ। ਇਹ ਗੱਲ ਮੈਂ ਸੁਣ ਲਈ। ਹੁਣ 8 ਵੱਜਣ ਵਾਲੇ ਸੀ ਪਰ ਉਹ ਅਜੇ ਵੀ ਫੋਨ ਕੱਟਣ ਨਹੀਂ ਸੀ ਮੰਨ ਰਿਹਾ। ਗੰਦੀਆਂ ਗੰਦੀਆਂ ਗਾਲਾਂ ਕੱਢ ਰਿਹਾ ਸੀ, ਇੰਨੀਆਂ ਗੰਦੀਆਂ ਕਿ ਮੈਂ ਲਿਖ ਵੀ ਨਹੀਂ ਸਕਦੀ। ਖੈਰ ਮੈਂ ਧੱਕੇ ਨਾਲ 7:15 ਵਜੇ ਫੋਨ ਕੱਟ ਦਿੱਤਾ ਤੇ ਸਾਡੇ ਦੋਹਾਂ ਵਿਚਕਾਰ ਬਹੁਤ ਜ਼ਿਆਦਾ ਲੜਾਈ ਹੋ ਚੁੱਕੀ ਸੀ। ਬਸ ਗੱਲ ਆਰ ਜਾਂ ਪਾਰ ਤੇ ਖੜੀ ਗਈ ਸੀ। ਜਿਵੇਂ ਹੀ ਮੈਂ ਗੱਲ ਕਰਕੇ ਹੇਠਾਂ ਆਈ, ਮੇਰੇ ਮੰਮੀ ਨੇ ਰੋਟੀ ਬਣਾ ਦਿੱਤੀ ਸੀ ਤੇ ਸਾਰੇ ਰੋਟੀ ਖਾ ਕੇ ਪੈ ਗਏ। ਮੰਮੀ ਮੈਨੂੰ ਬੋਲੇ, ਹੋ ਗਈਆਂ ਗੱਲਾਂ? ਉਹ ਤਾਂ ਵਿਹਲਾ ਏ, ਤੂੰ ਉਸ ਨੂੰ ਕਹਿ ਦਿਆ ਕਰ ਵੀ ਮੈਂ ਕੰਮ ਕਰਨੇ ਆ, ਆਪ ਵੀ ਉਹਦੇ ਨਾਲ ਹੀ ਲੱਗ ਜਾਂਦੀ ਆ। ਬਹੁਤ ਸੁਣਦਾ ਏ ਉਹ, ਕਿਸੇ ਦੀ ਵੀ ਪੀ ਕੇ ਪਤਾ ਲੱਗਦਾ ਉਹਨੂੰ ਕਾਸੇ ਦਾ। ਚੰਗਾ ਹੁਣ ਜਾ ਕੇ ਰੋਟੀ ਖਾ। ਮੰਮੀ ਨੇ ਕਿਹਾ, ਮੈਨੂੰ ਭੁੱਖ ਨਹੀਂ, ਬਾਰ-ਬਾਰ ਨਾ ਕਿਉਂ ਮੈਨੂੰ। ਹੁਣ ਮਿੰਟ 'ਚ ਹੀ ਕੀ ਚੁੰਬੜ ਗਿਆ ਤੈਨੂੰ? ਚੰਗੀ ਭਲੀ ਤਾਂ ਤੂੰ ਉਤਰ ਕੇ ਆਈ ਆ ਉੱਪਰੋਂ, ਮੰਮੀ ਨੇ ਪੁੱਛਿਆ। ਪਰ ਮੈਂ ਕੁਝ ਵੀ ਨਾ ਬੋਲੀ। ਫਿਰ ਮੈਂ ਪਹਿਲਾਂ ਤਾਂ ਬਹੁਤ ਰੋਈ, ਫਿਰ ਬਿਨਾਂ ਰੋਟੀ ਖਾਧੇ ਹੀ ਸੌਂ ਗਈ। ਸਵੇਰੇ ਮੇਰੇ ਮੰਮੀ ਨੇ ਜਦੋਂ ਮੈਨੂੰ ਪੁੱਛਿਆ ਤਾਂ ਮੈਂ ਫਿਰ ਬਹੁਤ ਰੋਈ। ਮੰਮੀ ਜਦੋਂ ਬਾਰ-ਬਾਰ ਪੁੱਛੀ ਗਏ ਤਾਂ ਮੈਂ ਰਿਕਾਰਡਿੰਗ ਮੰਮੀ ਨੂੰ ਲਾ ਕੇ ਦੇ ਦਿੱਤੀ। ਮੰਮੀ ਨੇ ਉਹ 52 ਮਿੰਟ ਦੀ ਰਿਕਾਰਡਿੰਗ ਵਿੱਚੋਂ 5 ਮਿੰਟ ਦੀ ਹੀ ਰਿਕਾਰਡਿੰਗ ਸੁਣੀ ਤੇ ਉਹ ਬੋਲੇ, ਲੈ ਇਹਨੂੰ ਰੱਖ ਆਪਣੇ ਕੋਲ ਸਬੂਤ ਬਣਾ ਕੇ, ਉਸ ਦੀ ਭੈਣ ਨੂੰ ਦੇ ਜਵਾਬ, ਫੋਨ ਕਰਕੇ ਵਿਆਹ ਦਾ ਜਵਾਬ ਹੈ ਕਹਿ ਕੇ ਸਾਡੇ ਵੱਲੋਂ ਬਾਕੀ ਟੱਬਰ ਉਹ ਕਹਿਣਗੇ ਜਾਣ ਕੇ ਕਹਿੰਦੀ ਹੋਊ। ਮੈਂ ਜਦ ਕਹਿ ਰਹੀ ਹਾਂ ਤੂੰ ਜਵਾਬ ਦੇ ਬਸ, ਬਾਕੀ ਮੈਂ ਆਪੇ ਸਾਂਭ ਲੂੰ। ਨਾਲੇ ਜਦੋਂ ਉਦਣ ਮੈਂ ਉਹਦੀ ਭੈਣ ਨੂੰ ਕਿਹਾ ਸੀ ਵੀ ਜੇ ਇਸ ਨੂੰ ਤੁਸੀਂ ਨਹੀਂ ਸੁਧਾਰ ਸਕਦੇ ਤਾਂ ਸਾਡਾ ਜਵਾਬ ਆ, ਤਾਂ ਉਹ ਕਾਹਤੋਂ ਨਹੀਂ ਰੋਕਦੇ ਇਹਨੂੰ। ਮੰਮੀ ਦੀ ਇਹ ਗੱਲ ਨੂੰ ਸੁਣ ਕੇ ਮੈਨੂੰ 1 ਹਫ਼ਤੇ ਪਹਿਲਾਂ ਦੀ ਗੱਲ ਯਾਦ ਆ ਗਈ। ਉਸ ਦਿਨ ਰਾਤ ਨੂੰ 9 ਵਜੇ ਦੇ ਕਰੀਬ ਇਸ ਦਾ ਫੋਨ ਆਇਆ, ਪਰ ਜਿਵੇਂ ਹੀ ਮੈਂ ਹੈਲੋ ਕਹੀ ਇਸ ਨੇ ਕੱਟ ਦਿੱਤਾ। ਮੈਂ 1 ਮਿੰਟ ਬਾਅਦ ਜਦੋਂ ਦੁਬਾਰਾ ਫੋਨ ਕੀਤਾ ਤਾਂ ਇਸ ਨੇ ਚੁੱਕਿਆ ਤੇ ਬੋਲਿਆ, ਡਾਰਲਿੰਗ ਮੈਂ ਦੁਬਾਰਾ ਫੋਨ ਕਰਦਾ, ਮੈਂ ਬਿਜੀ ਹਾਂ, ਕੰਮ ਆ ਗਿਆ ਅਰਜੈਂਟ, ਮਸ਼ੀਨ ਰਿਪੇਅਰ ਕਰਨੀ ਆ, ਹੁਣ ਤੂੰ ਸੌਈ ਨਾ, ਮੈਂ ਕਰਦਾ ਏ ਥੋੜੇ ਟਾਈਮ 'ਚ। ਮੈਂ ਉਸ ਨੂੰ ਕਾਮਾ ਸਮਝ ਕੇ ਉਸ ਦਾ ਇੰਤਜ਼ਾਰ ਕਰਨ ਲੱਗ ਪਈ। ਬਹੁਤ ਨੀਂਦ ਆਉਂਦੀ ਸੀ ਪਰ ਮੈਂ ਸੁੱਤੀ ਵੀ ਨਾ, ਚੱਲ ਕੇ ਉਸ ਦਾ ਫੋਨ ਕਰੂਗਾ। ਫਿਰ ਜਦੋਂ ਉਸਨੇ ਮੈਨੂੰ ਫੋਨ ਕੀਤਾ ਤਾਂ 11 ਵੱਜ ਚੁੱਕੇ ਸੀ। ਮੈਂ ਫੋਨ ਚੁੱਕਿਆ ਤਾਂ ਉਸਦੇ ਹੈਲੋ ਡਾਰਲਿੰਗ ਕੀ ਹਾਲ ਆ ਕਹਿੰਦੇ ਹੀ ਉਸਦੀ ਆਵਾਜ਼ ਪਹਿਚਾਣ ਲਈ। ਉਸਨੇ ਫੁੱਲ ਪੀਤੀ ਹੋਈ ਸੀ। ਮੈਂ ਉਸ ਨੂੰ ਕਿਹਾ, ਤੁਸੀਂ ਡਰਿੰਕ ਕੀਤੀ ਆ? ਨਹੀਂ ਯਾਰ, ਮੈਂ ਨਾ ਅੱਜ ਚਿਲਡ ਪਾਣੀ ਪੀ ਲਿਆ, ਗਲਾ ਬਹਿ ਗਿਆ ਮੇਰਾ, ਤਾਂ ਕਰਕੇ ਠੰਡੇ ਪਾਣੀ ਨਾਲ ਗਲਾ ਬੈਠਦਾ ਹੁੰਦਾ ਏ, ਆਵਾਜ਼ ਲੜਖੜਾਉਂਦੇ ਨਹੀਂ ਲੱਗਦੀ ਹੁੰਦੀ। ਮੰਨ ਜੋ ਕਿ ਤੁਸੀਂ ਪੀਤੀ ਹੋਈ ਆ। ਮੈਂ ਉਸ ਨਾਲ ਗੱਲ ਵੀ ਕਰ ਰਹੀ ਸੀ ਤੇ ਪਿਆਰ ਨਾਲ ਗੱਲ ਕਰਦੀ ਕਰਦੀ ਉਸ ਨੂੰ ਵਾਰ-ਵਾਰ ਪੁੱਛ ਰਹੀ ਸੀ। ਅੱਧੇ ਘੰਟੇ ਬਾਅਦ ਉਹ ਆਪਣੇ ਆਪ ਹੀ ਮੰਨ ਗਿਆ ਤੇ ਬੋਲਿਆ, ਮੈਂ ਦੱਸਿਆ ਤਾਂ ਹੋਇਆ ਸੀ ਮੇਰੇ ਸਾਲੇ ਨੂੰ ਵੀ ਮੈਂ ਪਾਰਟੀ ਪੂਟੀ ਨੂੰ ਪੀ ਲੈਣਾ, ਮੈਂ ਕਿਹੜਾ ਆਦੀ ਆ, ਮੈਨੂੰ ਪਤਾ ਏ। ਉਹ ਤਾਂ ਵੀ ਤੁਸੀਂ ਵੀਰੇ ਨੂੰ ਦੱਸਿਆ ਹੋਇਆ ਏ, ਪਰ ਅੱਜ ਤੁਸੀਂ ਕਿਹੜੀ ਪਾਰਟੀ ਤੇ ਗਏ ਸੀ? ਤੁਸੀਂ ਤਾਂ ਮੈਨੂੰ ਕਹਿੰਦੇ ਸੀ ਤੁਸੀਂ ਮਸ਼ੀਨ ਰਿਪੇਅਰ ਕਰਨੀ ਆ। ਉਹ ਤਾਂ ਕਰਨੀ ਸੀ ਪਰ ਫਿਰ ਮੇਰਾ ਆੜੀ ਆ ਗਿਆ, ਇੱਕ ਵੀ ਗੱਡੀ ਲਈ ਕਹਿੰਦਾ ਆਜਾ ਪਾਰਟੀ ਕਰੀਏ। ਫਿਰ ਮੈਂ ਉਸ ਨੂੰ ਨਾਰਾਜ਼ ਥੋੜਾ ਕਰ ਸਕਦਾ? ਮਤਲਬ ਤੁਸੀਂ ਫਿਰ ਮੈਨੂੰ ਭੁੱਲ ਕੇ ਸ਼ਰਾਬ ਪੀ ਲਈ?
ਘਰ ਵਾਲੀ ਨੂੰ ਕੋਈ ਭੁੱਲ ਸਕਦਾ ਏ ਭਲਾ? ਉਸ ਦੀ ਆਵਾਜ਼ ਵਿੱਚ ਲੜਖੜਾਹਟ ਸੀ। ਮੈਂ ਉਸ ਨੂੰ ਕਿਹਾ, ਅੱਛਾ ਚਲੋ ਫਿਰ ਤੁਸੀਂ ਹੁਣ ਸੌਂ ਜਾਓ, ਮੈਂ ਤੁਹਾਡੀ ਪੀਤੀ ਹੋਈ 'ਚ ਗੱਲ ਨਹੀਂ ਕਰ ਸਕਦੀ, ਤੁਸੀਂ ਕੱਲ੍ਹ ਗੱਲ ਕਰ ਲਿਓ। ਇੰਨਾ ਕਹਿ ਕੇ ਮੈਂ ਫੋਨ ਕੱਟ ਦਿੱਤਾ। ਉਸਨੇ ਬਹੁਤ ਵਾਰ ਫੋਨ ਕੀਤਾ ਪਰ ਮੈਂ ਨਾ ਚੁੱਕਿਆ। ਫਿਰ ਉਸਨੇ ਜਦੋਂ ਫੋਨ ਕਰਨਾ ਹੀ ਨਾ ਛੱਡਿਆ ਤਾਂ ਮੈਂ ਫੋਨ ਚੁੱਕਿਆ ਤੇ ਕਿਹਾ, ਕੀ ਬਿਮਾਰੀ ਆ ਤੁਹਾਨੂੰ? ਜਦੋਂ ਕਹਿਤਾ ਕਿ ਕੱਲ੍ਹ ਗੱਲ ਕਰੂੰਗੀ, ਬੰਦੇ ਨੂੰ ਸੁਣਨਾ ਵੀ ਚਾਹੀਦਾ। ਮੈਨੂੰ ਪਤਾ ਏ ਤੂੰ ਹੁਣ ਕੋਈ ਹੋਰ ਆਨਲਾਈਨ ਹੋਵੇਗਾ, ਤੇਰਾ ਵੇਟ ਕਰਦਾ ਹੋਊ ਕੋਈ, ਕਦੋਂ ਮੈਸੇਜ ਕਰੇ। ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੈਗੀ, ਮੈਨੂੰ ਕਿਹੜੇ ਕੰਜਰ ਨੇ ਕਰਨਾ ਏ ਮੈਸੇਜ। ਮੈਂ ਇਹ ਗੱਲਾਂ ਕਹਿਣ ਸਮੇਂ ਉੱਚੀ ਆਵਾਜ਼ ਵਿੱਚ ਬੋਲ ਪਈ ਸੀ ਜੋ ਮੇਰੀ ਮੰਮੀ ਨੂੰ ਸੁੱਤੇ ਪਿਆਂ ਨੂੰ ਸੁਣ ਗਿਆ ਸੀ। ਇਸ ਲਈ ਉਹ ਉੱਠ ਕੇ ਕੌਣ ਆ ਪੁੱਛਣ ਲੱਗੇ। ਮੈਂ ਉਹਨਾਂ ਨੂੰ ਸੌਣ ਲਈ ਕਹਿ ਦਿੱਤਾ ਤੇ ਆਪ ਫੋਨ ਬੰਦ ਕਰਕੇ ਸੌ ਗਈ। ਸਵੇਰੇ ਮੈਂ ਸਾਰੀ ਗੱਲ ਮੰਮੀ ਨੂੰ ਦੱਸੀ ਤਾਂ ਉਹਨਾਂ ਨੇ ਮੈਨੂੰ ਉਸ ਦੀ ਭੈਣ ਨਾਲ ਗੱਲ ਕਰਵਾਉਣ ਲਈ ਕਿਹਾ। ਮੈਂ ਮੰਮੀ ਦੀ ਗੱਲ ਉਸ ਦੀ ਭੈਣ ਨਾਲ ਕਰਾ ਦਿੱਤੀ। ਉਹਨਾਂ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਬੋਲੇ, ਬੇਟੇ ਤੂੰ ਵੀ ਮੈਨੂੰ ਧੀਆਂ ਵਰਗੀ ਆ, ਇਸ ਨੂੰ ਸਮਝਾਓ। ਅੱਜ ਤਾਂ ਪਹਿਲੀ ਗਲਤੀ ਸੀ, ਅਸੀਂ ਮਾफ़ ਕਰਤਾ, ਪਰ ਦੂਜੀ ਵਾਰ ਗਲਤੀ ਨਹੀਂ ਰਹਿੰਦੀ ਹੁੰਦੀ, ਗੁਨਾਹ ਬਣ ਜਾਂਦਾ। ਤੁਸੀਂ ਉਸ ਨੂੰ ਸਮਝਾਓ, ਨਹੀਂ ਤਾਂ ਸਾਡਾ ਜਵਾਬ ਆ ਵਿਆਹ ਨੂੰ। ਮਾਸੀ ਜੀ ਤੁਸੀਂ ਬੇਫਿਕਰ ਰਹੋ, ਪਹਿਲੀ ਤੇ ਆਖਰੀ ਗਲਤੀ ਆ, ਹੁਣ ਨਹੀਂ ਕਰਦਾ ਉਹ ਐਵੇਂ ਦਾ ਕੁਝ। ਮੈਂ ਉਸ ਦੇ ਜੀਜੇ ਨੂੰ ਕਹੂੰਗੀ ਕਿ ਘੂਰ ਦੇਣਗੇ। ਉਸ ਦੀ ਭੈਣ ਨੇ ਮਾफ़ੀ ਮੰਗੀ। ਬਾਅਦ ਵਿੱਚ ਦੁਪਹਿਰ ਵੇਲੇ ਉਸਨੇ ਮੈਨੂੰ ਆਪ ਹੀ ਫੋਨ ਕਰਕੇ ਮੇਰੇ ਤੋਂ ਮਾफ़ੀ ਮੰਗੀ ਤੇ ਉਸ ਦੀ ਭੈਣ ਨੇ ਵੀ ਮੈਨੂੰ ਦੁਬਾਰਾ ਇਸ ਤਰ੍ਹਾਂ ਨਾ ਕੁਝ ਨਹੀਂ ਹੋਵੇਗਾ ਕਹਿ ਕੇ ਗਰੰਟੀ ਲੈ ਲਈ। ਅੱਜ ਵਾਲੀ ਹਰਕਤ ਤੇ ਮੰਮੀ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਹੋਇਆ ਸੀ। ਉਹ ਹੁਣ ਮੈਨੂੰ ਜਵਾਬ ਦੇਣ ਦੀ ਜਿੱਦ ਕਰਨ ਲੱਗ ਗਏ, ਪਰ ਮੈਂ ਉਹਨਾਂ ਨੂੰ ਮੇਰੇ ਭਰਾ ਨਾਲ ਗੱਲ ਕਰਨ ਲਈ ਕਿਹਾ ਤਾਂ ਜੋ ਉਹ ਬਾਅਦ ਵਿੱਚ ਮੈਨੂੰ ਕੋਈ ਦੋਸ਼ ਨਾ ਦੇਵੇ। ਸ਼ਾਮ ਨੂੰ ਮੇਰੇ ਮੰਮੀ ਨੇ ਮੇਰੇ ਭਰਾ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਅਸੀਂ ਉਹਨਾਂ ਨੂੰ ਰਿਕਾਰਡਿੰਗ ਵੀ ਸੁਣਨ ਲਈ ਦਿੱਤੀ, ਪਰ ਉਹ 2 ਮਿੰਟ ਦੀ ਰਿਕਾਰਡਿੰਗ ਸੁਣ ਕੇ ਹੀ ਮੈਨੂੰ ਕਹਿਣ ਲੱਗ ਪਿਆ, ਚੱਕ ਲੈ ਫੋਨ, ਇੰਨਾ ਗੰਦ ਨਹੀਂ ਮੈਂ ਸੁਣ ਸਕਦਾ, ਦੇ ਜਵਾਬ ਇਸ ਨੂੰ। ਅਗਲੇ ਦਿਨ ਸਵੇਰੇ ਹੀ ਵਿਚੋਲਣ ਨੇ ਫੋਨ ਕੀਤਾ ਤੇ ਬੋਲੀ, ਬੇਟਾ ਵਿਆਹ ਹੈ ਤੁਹਾਡਾ 2 ਸਤੰਬਰ ਦਾ, ਦੱਸ ਦੇਈਂ ਤੇਰੀ ਮੰਮੀ ਨੂੰ। ਆਂਟੀ ਮੈਂ ਨਹੀਂ ਕਰਾਉਣਾ, ਮੇਰਾ ਜਵਾਬ ਆ। ਕਿਉਂ ਬੇਟੇ ਕੀ ਗੱਲ ਹੋ ਗਈ? ਤੈਨੂੰ ਇਹੋ ਜਿਹੀ ਕਿਹੜੀ ਗੱਲ ਕਹਿਤੀ ਕਿ ਤੈਨੂੰ ਕਿਸੇ ਨੇ ਮੈਂ ਮਨਾ ਕੀਤਾ ਸੀ ਨਾ ਕੋਈ ਗੱਲ ਨਹੀਂ ਕਰਨੀ ਮੇਰੇ ਤੋਂ ਪੁੱਛੇ ਬਿਨਾ? ਮੈਨੂੰ ਲੱਗਦਾ ਏ ਤੁਸੀਂ ਗੱਲ ਕੀਤੀ ਹੋਣੀ ਆ ਮੁੰਡੇ ਨਾਲ ਜਾਂ ਉਸਦੇ ਟੱਬਰ ਨਾਲ। ਚੱਲ ਮੈਂ ਹੁਣੇ ਆਈ ਅੱਧੇ ਘੰਟੇ 'ਚ, ਫਿਰ ਦੱਸੀ ਕੀ ਹੋਇਆ। ਅੱਧੇ ਘੰਟੇ ਬਾਅਦ ਉਹ ਆਪਣੇ ਪਤੀ ਨੂੰ ਲੈ ਕੇ ਮੇਰੇ ਘਰ ਪਹੁੰਚੀ। ਮੈਂ ਉਸਨੂੰ ਸਾਰੀ ਗੱਲ ਦੱਸੀ, ਰਿਕਾਰਡਿੰਗ ਵੀ ਸੁਣਾਈ। ਉਸਨੇ ਮੈਨੂੰ ਰਿਕਾਰਡਿੰਗ WhatsApp ਕਰਨ ਨੂੰ ਕਿਹਾ ਤੇ ਚਲੀ ਗਈ। ਉਸਨੇ ਰਿਕਾਰਡਿੰਗ ਉਸ ਦੀਆਂ ਭੈਣਾਂ ਨੂੰ ਸੁਣਾਈ। ਉਸਦੀ ਭੈਣ ਨੇ ਮੈਨੂੰ ਫੋਨ ਕੀਤਾ ਤੇ ਬੋਲੀ, ਰਮਨ ਪਹਿਲਾਂ ਵੀ ਆਹੀ ਗੱਲ ਕਰਕੇ ਇਸ ਦਾ ਰਿਸ਼ਤਾ ਟੁੱਟਿਆ ਸੀ। ਇਹਦਾ ਸਾਲਾ ਆਪਣੇ ਦੋਸਤ ਨੂੰ ਇਹਦੇ ਘਰ ਲੈ ਕੇ ਜਾਂਦਾ ਸੀ, ਇਹਨੇ ਬਹੁਤ ਹਟਾਇਆ ਪਰ ਉਹ ਹਟਿਆ ਨਹੀਂ, ਤਾਂ ਹੀ ਇਹ ਉਸ ਨੂੰ ਕੁੱਟਦਾ ਮਾਰਦਾ ਵੀ ਸੀ, ਫਿਰ ਤਲਾਕ ਹੋ ਗਿਆ। ਚੱਲ ਜੇ ਤੈਨੂੰ ਕੁਝ ਕਹਿ ਵੀ ਦਿੱਤਾ ਤਾਂ ਤੂੰ ਸਹਿ ਲਿਆ ਕਰ, ਫਿਰ ਵੀ ਉਹ ਤੇਰਾ ਘਰ ਵਾਲਾ ਏ। ਅਸੀਂ ਤਾਂ ਤੇਰੇ ਮੰਗਲੀਕ ਹੋਣ ਤੇ ਵੀ ਤਿਆਰ ਹੋ ਗਏ ਵਿਆਹ ਨੂੰ। ਦੇਖੋ ਦੀਦੀ ਤੁਸੀਂ ਮੇਰੀਆਂ ਵੱਡੀਆਂ ਭੈਣਾਂ ਵਰਗੀਆਂ ਹੋ, ਮੈਂ ਕਦੇ ਫਰਕ ਨਹੀਂ ਕੀਤਾ ਤੁਹਾਡੇ ਤੇ ਆਪਣੀਆਂ ਭੈਣਾਂ 'ਚ। ਪਰ ਹੁਣ ਤੁਸੀਂ ਦੱਸੋ ਕਿ ਜੇ ਇਸ ਦੀ ਘਰਵਾਲੀ ਦਾ ਭਰਾ ਦੋਸਤ ਨੂੰ ਲਿਆਉਂਦਾ ਸੀ ਤਾਂ ਉਹ ਆਪ ਵੀ ਨਾਲ ਹੀ ਹੁੰਦਾ ਸੀ ਕਿ ਉਹ ਦੋਸਤ ਇਕੱਲਾ ਹੀ ਆ ਜਾਂਦਾ ਸੀ? ਜੇ ਇਕੱਲਾ ਆਉਂਦਾ ਸੀ ਤਾਂ ਇਸ ਦੀ ਘਰਵਾਲੀ ਕੋਲ ਫਿਰ ਤਾਂ ਇਹ ਸ਼ੱਕ ਕਰੇ ਵੀ, ਜਦੋਂ ਇਹ ਦੋਵੇਂ ਉਹਨਾਂ ਦੋਵਾਂ ਦੇ ਸਾਹਮਣੇ ਹੀ ਹੁੰਦੇ ਸੀ, ਫਿਰ ਕੀ ਬਿਮਾਰੀ ਸੀ ਇਸ ਨੂੰ? ਸੱਚੀ ਗੱਲ ਤਾਂ ਇਹ ਵੀ ਆ ਕਿ ਇਹਨੇ ਉਸ ਨੂੰ ਨਹੀਂ ਛੱਡਿਆ, ਉਹਨੇ ਇਸ ਨੂੰ ਛੱਡਿਆ ਹੋਊਗਾ। ਨਾਲੇ 500 ਰੁਪਏ ਦਾ ਸ਼ਗਨ ਪੈਣ ਤੋਂ ਬਾਅਦ ਕੋਈ ਮੁੰਡਾ ਕੁੜੀ ਪਤੀ ਪਤਨੀ ਨਹੀਂ ਬਣ ਜਾਂਦੇ। ਨਾਲੇ ਮੇਰੇ ਮੰਮੀ ਜੀ ਤੁਹਾਨੂੰ ਉਸ ਦਿਨ ਕਿਹਾ ਸੀ ਕਿ ਪਹਿਲੀ ਗਲਤੀ ਮਾफ़ ਹੋਵੇਗੀ, ਦੂਜੀ ਗਲਤੀ ਗੁਨਾਹ ਬਣ ਜਾਂਦਾ ਏ ਜੋ ਮਾफ़ ਨਹੀਂ ਹੋਣਾ। ਰਹੀ ਗੱਲ ਮੇਰੇ ਵਿਆਹ ਕਰਵਾਉਣ ਦੀ, ਉਹ ਤਾਂ ਹੁਣ ਮੈਂ ਕਰਵਾਉਣਾ ਨਹੀਂ। ਜਾ ਕੇ ਕਹਿ ਦਿਓ ਆਪਣੇ 2 ਕੌੜੀ ਦੇ ਭਰਾ ਨੂੰ ਕਿ ਉਹਦੇ ਵਰਗੇ ਮੁੰਡਿਆਂ ਨੂੰ ਮੂੰਹ ਨਹੀਂ ਲਾਉਂਦੀ ਰਮਨ। ਫਿਰ ਸ਼ਾਮ ਨੂੰ ਉਸਨੇ ਮੈਨੂੰ ਆਪ ਫੋਨ ਕੀਤਾ ਤੇ ਬੋਲਿਆ, ਡਾਰਲਿੰਗ ਵਧਾਈਆਂ ਤੁਹਾਨੂੰ, ਆਪਣਾ ਵਿਆਹ ਦਾ ਦਿਨ ਰੱਖਤਾ ਅੱਜ। ਤੁਸੀਂ ਮੈਨੂੰ ਇਹ ਦੱਸੋ ਕਿ ਵਿਆਹ ਵਾਲੇ ਦਿਨ ਕਿਹੜੇ ਰੰਗ ਦਾ ਸੂਟ ਪਾਉਣਾ ਏ? ਮੈਂ ਮੈਚਿੰਗ ਸ਼ਰਟ ਲੈਣੀ ਆ, ਦੀਦੀ ਨੇ ਕਿਹਾ ਏ। ਰਮਨ ਨੂੰ ਪੁੱਛ ਲਈ ਪਹਿਲਾ ਰੰਗ, ਨਾਲੇ ਸੱਚ ਆਪਣੇ ਬੈਡਰੂਮ ਨੂੰ ਕਲਰ ਕਰਨਾ ਏ, ਕਿਹੜਾ ਪਸੰਦ ਆ ਤੁਹਾਨੂੰ? ਮੈਂ ਵੀ ਕਰਾ ਦੂੰਗਾ। ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਤੇਰੇ ਵਰਗੇ ਘਟੀਆ ਸੋਚ ਦੇ ਮਾਲਕ। ਅੱਛਾ ਜੀ ਠੀਕ ਆ ਜਨਾਬ, ਉਸਨੇ ਖੁਸ਼ ਹੁੰਦੇ ਕਿਹਾ, ਜਿਵੇਂ ਉਹ ਬਹੁਤ ਖੁਸ਼ ਹੋ ਗਿਆ ਹੋਵੇ ਤੇ ਰਾਜ ਖੁੱਲਣ ਤੋਂ ਬਾਅਦ ਪਹਿਲਾਂ ਹੀ ਬਚ ਗਿਆ ਸੀ। ਉਹ ਸ਼ਾਇਦ ਉਸ ਨੂੰ ਇਹ ਲੱਗ ਰਿਹਾ ਹੋਣਾ ਹੈ, ਪਰ ਮੈਂ ਉਸਦੇ ਹਰ ਰਾਜ ਨੂੰ ਜਾਣ ਚੁੱਕੀ ਸੀ। ਪੋਲ ਬਿਲਕੁਲ ਖੁੱਲ੍ਹ ਚੁੱਕੀ ਸੀ। ਮੈਂ ਉਸੇ ਟਾਈਮ ਉਸ ਦਾ ਨੰਬਰ ਬਲੌਕ ਵਿੱਚ ਪਾ ਦਿੱਤਾ ਤੇ ਵਿਚੋਲਨ ਨੂੰ ਵੀ ਜਵਾਬ ਦੇ ਦਿੱਤਾ
ਕਿ ਮੈਂ ਹੁਣ ਵਿਆਹ ਨਹੀਂ ਕਰਵਾਉਣਾ। ਮੇਰੇ ਨਾਲ ਇਹ ਦੂਜਾ ਚਾਂਸ ਸੀ, ਕਿਉਂਕਿ ਮੇਰਾ ਪਹਿਲੇ ਘਰ ਵਾਲਾ ਵੀ ਬਹੁਤ ਨਸ਼ੇ ਕਰਦਾ ਸੀ ਤੇ ਸਾਰੇ ਘਰ ਦਾ ਖਰਚਾ ਮੈਨੂੰ ਹੀ ਚੁੱਕਣਾ ਪੈਂਦਾ ਸੀ। ਕਿਵੇਂ ਨਾ ਕਿਵੇਂ ਲੋਕਾਂ ਦੇ ਘਰ ਕੰਮ ਕਰਕੇ ਮੈਂ ਆਪਣਾ ਪੇਟ ਪਾਲਦੀ ਸੀ ਤੇ ਹੁਣ ਦੂਜੇ ਵਿਆਹ ਨਾਲ ਵੀ ਉਹੀ ਹੋਣ ਜਾ ਰਿਹਾ ਸੀ। ਮੈਂ ਫੈਸਲਾ ਕਰ ਲਿਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵਿਆਹ ਨਹੀਂ ਕਰਵਾਵਾਂਗੀ ਤੇ ਆਪਣੇ ਬੇਟੇ ਨੂੰ ਪਾਲ ਪੋਸ ਕੇ ਉਸ ਦੇ ਸਹਾਰੇ ਜ਼ਿੰਦਗੀ ਗੁਜ਼ਾਰ ਲਵਾਂਗੀ। ਮੈਂ ਰੱਬ ਦਾ ਲੱਖ ਲੱਖ ਸ਼ੁਕਰ ਮਨਾਉਂਦੀ ਹਾਂ ਕਿ ਜੇ ਮੈਂ ਇਸ ਦੇ ਲੜ ਲੱਗ ਜਾਂਦੀ ਤਾਂ ਮੇਰੇ ਨਾਲ ਉਹੀ ਹੋਣਾ ਸੀ ਜੋ ਪਹਿਲੇ ਵਿਆਹ 'ਤੇ ਹੋਇਆ ਸੀ। ਮੈਂ ਤੇ ਮੇਰਾ ਬੇਟਾ ਅਸੀਂ ਦੋਨੋਂ ਆਪਣੀ ਜ਼ਿੰਦਗੀ ਵਿੱਚ ਬੜੇ ਖੁਸ਼ ਹਾਂ ਤੇ ਇੱਜ਼ਤ ਦੀ ਰੋਟੀ ਖਾ ਰਹੇ ਹਾਂ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।